बिस्मिल्लाहिर्रहमानिर्रहीम। मैं हूं मोहम्मद अफजल नासिर भट्टी और आप देख रहे हैं मेरी जंग डिजिटल। नाज़रीन, हम इस वक्त मौजूद हैं बस्ती कादराबाद की गली नंबर 24 में, जो कि थाना सदर कसूर का इलाका है। यहाँ पर एक मासूम बच्चा है 8-9 साल का, उसके साथ एक मुलजिम ने बदअखलाकी की, उसका मुकदमा दर्ज हो गया। जबकि मुद्दई मुकदमा का ये कहना है कि पुलिस की गफलत और लापरवाही की वजह से जो मुलजिम है उसने पहले सेशन कोर्ट से ज़मानत करवाई अपनी, जो कि खारिज हो गई। उसके बाद पुलिस की मिली भगत की वजह से मुलजिम ने हाई कोर्ट से ज़मानत करवा ली। इस हवाले से हम बात करते हैं मुद्दई मुकदमा से कि उनका मसला क्या है, उनका मुतालबा क्या है और वो क्या रिक्वेस्ट करना चाहते हैं DPO कसूर से, चीफ मिनिस्टर पंजाब से, IG पंजाब से। की वकूआ की होया ਤੁਹਾਡੇ ਨਾਲ? वकूआ सारे होया कि ना मेरा बच्चा सनैन वाली छत ते खेडदा पिया सी। ਇਹ ਕਦੋਂ ਦੀ ਗੱਲ ਹੈ? ਇਹ ਸਰ ਤੇ 16 ਤਰੀਕ ਤੀਸਰਾ ਮਹੀਨਾ 2026। ਉਦੋਂ ਰੋਜ਼ੇ ਸੀ ਭਲਾ? ਜੀ ਸਰ 27ਵੀਂ ਦਾ ਦਿਨ ਸੀ ਉਸ ਦਿਨ। 27ਵੀਂ ਦਾ ਦਿਨ ਸੀ? ਹਾਂਜੀ। ਅੱਛਾ ਜੀ। ਸਰ ਬੱਚਾ ਮੇਰਾ ਛੱਤ ਤੇ ਖੇਡਦਾ ਪਿਆ ਸੀ, ਨਾਲਦਿਆਂ ਦਾ ਬੱਚਾ ਮੁੰਡਾ ਆਇਆ, ਉਹਨੇ ਆਣ ਕੇ ਨਾ ਕਾਸਮ ਮਹਿਮੂਦ ਦਾ ਨਾਂ ਹੈ, ਕਾਸਮ ਮਹਿਮੂਦ ਅਕਰਮ। ਉਹ ਤੁਹਾਡਾ ਮਸਾਇਆ ਜੀ? ਮਸਾਇਆ ਸਰ ਸਾਡਾ। ਉਹ ਵੀ ਬੱਚਾ ਛੱਤ ਤੇ ਆ ਗਿਆ। ਇਹ ਬੱਚਾ ਛੱਤ ਤੇ ਖੇਡਦਾ ਪਿਆ, ਉਹਨੂੰ ਕਹਿੰਦਾ ਵੀ ਚਲਾ ਤੈਨੂੰ ਥੱਲੇ ਆਣ ਕੇ ਨਾ ਮੈਂ ਗੁੱਡੀ ਦਿਆਂ। ਟਾਈਮ ਕੀ ਸੀ ਤਕਰੀਬਨ? ਸਰ ਟਾਈਮ ਹੈਗਾ ਸੀ 2 ਤੋਂ 3 ਵਜੇ ਦਾ, ਦੁਪਹਿਰ ਦਾ। ਅੱਛਾ ਜੀ। ਤੇ ਉਹ ਨਾ ਸਰ ਉਹਨੂੰ ਇਹ ਬੱਚਾ ਉੱਥੇ ਖੇਡਦਾ ਪਿਆ, ਖੇਡਦੇ ਉਹਨੇ ਨਾ ਕਿਹਾ ਵੀ ਚਲਾ ਸਨੈਨ ਵਾਲੀ ਨੂੰ ਕਿਹਾ, ਕਾਸਮ ਮਹਿਮੂਦ ਅਕਰਮ ਨੇ, ਮੁਲਜ਼ਮ ਜਿਹੜਾ ਉਹਨੇ ਕਿਹਾ ਵੀ ਥੱਲੇ ਆ ਇਧਰ ਮੈਂ ਗੁੱਡੀ ਦਿਆਂ ਤੇ ਨਾਲੇ ਤੈਨੂੰ ਮੈਂ ਸਾਈਕਲ ਨਵੀਂ ਲਿਆਂਦੀ ਉਹ ਵਹਾਵਾਂ। ਉਹ ਲਾਲਚ ਦਿੱਤਾ ਉਹਨੂੰ। ਉਹ ਨਾ ਘਰ ਥੱਲੇ ਉਤਰਨ ਲੱਗਾ ਤੇ ਉਹਨੇ ਨਾ ਉਹਨੂੰ ਕਿਹਾ ਵੀ ਸਾਡੇ ਘਰ ਆਇਆ, ਤੈਨੂੰ ਸਾਈਕਲ ਵਹਾਵਾਂ ਤੇ ਨਾਲ ਤੈਨੂੰ ਗੁੱਡੀ ਦਿਆਂ। ਅੱਛਾ ਜੀ। ਉਹ ਲਾਲਚ ਨਾਲ ਚਲਾ ਗਿਆ ਵੀ ਚਲੋ ਮੈਂ ਗੁੱਡੀ ਲੈ ਲਾਂ, ਸਾਈਕਲ ਨਵੀਂ ਆਈ ਤੇ ਬਹਾ ਦੇ ਵੇਖ ਲਵਾਂਗਾ ਮੈਂ। ਉਹ ਅੰਦਰ ਲੈ ਗਿਆ, ਲਿਜਾ ਕੇ ਉਹਦੇ ਨਾਲ ਨਾ ਉਹਨੇ ਯਾਨੀ ਕਿ ਉਹਦੀ ਜ਼ਬਰਦਸਤੀ ਹੁੰਦੀ ਯਾਨੀ ਕਿ ਸਲਵਾਰ ਉਤਾਰੀ ਹੈ ਤੇ ਉਹਦੇ ਨਾਲ ਨਾ ਬਾਅਦ ਫੇਰੀ ਯਾਨੀ ਕਿ ਉਹਦੇ ਨਾਲ ਗਲਤ ਕੰਮ ਕੀਤਾ ਉਹਨੇ। ਅੱਛਾ ਜੀ। ਗਲਤ ਕੰਮ ਕੀਤਾ ਤੇ ਉਹ ਬੱਚਾ ਚੀਕਾਂ ਵੀ ਮਾਰਦਾ, ਉਹਨੂੰ ਦੱਸਿਆ ਕਾਰਨ ਕਿ ਵੀ ਮੈਂ ਇਸ ਤਰ੍ਹਾਂ ਕਰਦਾ ਰਿਹਾ ਤੇ ਪਰ ਮੈਨੂੰ ਉਹਨੇ ਨਹੀਂ ਛੱਡਿਆ। ਜੇ ਮੈਂ ਚੀਕ ਮਾਰਨਾ ਤੇ ਮੇਰੇ ਮੂੰਹ ਅੱਗੇ ਹੱਥ ਰੱਖ ਲੈਂਦਾ ਸੀ। ਅੱਛਾ ਜੀ। ਹੱਥ ਰੱਖ ਲੈਣ ਕਹਿੰਦਾ ਫਿਰ ਉਹਨੇ ਮੈਨੂੰ ਛੱਡਿਆ। ਜਦੋਂ ਮੇਰਾ ਯਾਨੀ ਕਿ ਬਲੱਡ ਜਦੋਂ ਨਿਕਲਣ ਲੱਗ ਪਿਆ, ਉਹ ਬਲੱਡ ਨਿਕਲਣ ਲੱਗ ਪਿਆ, ਫਿਰ ਉਹਨੂੰ ਮਹਿਸੂਸ ਹੋਇਆ ਕਿ ਵੀ ਬੱਚਾ ਜਿਹੜਾ ਨਾ ਯਾਨੀ ਕਿ ਜਿਸ ਤਰ੍ਹਾਂ ਵੀ ਘਰ ਕਰਾ ਕੇ ਉਹਨੇ ਛੱਡ ਦਿੱਤਾ ਉਹਨੂੰ। ਤੇ ਉਹ ਘਰ ਆ ਗਿਆ। ਘਰ ਆਇਆ ਤੇ ਉਹਨੇ ਵੇਖਿਆ ਮੇਰੀ ਵਾਲਦਾ ਘਰ ਨਹੀਂ ਹੈਗੀ। ਬੱਚਾ ਘਰ ਆ ਗਿਆ? ਹਾਂਜੀ, ਬੱਚਾ ਘਰ ਸਨੈਨ ਵਾਲੀ। ਉਹ ਘਰ ਆ ਗਿਆ। ਘਰ ਉਹਨੂੰ ਕਦੀ ਵਾਲਦਾ ਨੂੰ ਦੱਸਿਆ ਉਹਨੇ ਕਿ ਮੇਰੇ ਨਾਲ ਇਹ ਰਕੂਆ ਬਣਿਆ, ਇਹ ਕਾਸਮ ਮਹਿਮੂਦ ਅਕਰਮ ਨੇ ਮੇਰੇ ਨਾਲ, ਉਹਨਾਂ ਦੇ ਬੱਚੇ ਨੇ, ਉਹਨਾਂ ਦੇ ਮੁੰਡੇ ਨੇ ਇਹ ਮੇਰੇ ਨਾਲ ਕੰਮ ਕੀਤਾ। ਅੱਛਾ। ਉਹਨੇ ਕਿਹਾ ਠੀਕ ਹੈ। ਉਹਨੂੰ ਪੁੱਛਿਆ, ਦੱਸਿਆ ਉਹਨੂੰ, ਯਾਨੀ ਕਿ ਉਹਨੇ ਵੇਖਿਆ ਭਾਇਆ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਸੀ, ਬਲੱਡ ਨਹੀਂ ਸੀ ਉਹਦਾ ਰੁਕਦਾ ਪਿਆ। ਉਹ ਬਾਅਦ ਥੋੜੀ ਦੇਰ ਬਾਅਦ ਉਹਨਾਂ ਮੈਨੂੰ ਫੋਨ ਕੀਤਾ, ਘੰਟੇ ਕੋ ਬਾਅਦ ਮੈਂ ਡਿਊਟੀ ਤੇ ਹੈਗਾ ਸਾਹਿਬ ਜੀ। ਤੁਸੀਂ ਕੀ ਕੰਮ ਕਰਨਾ? ਸਰ ਬੁੱਲੇ ਜਾਂ ਪੇਪਰ ਮਿਲ ਚ ਰੰਗ ਦਾ ਕੰਮ ਕਰਨਾ। ਬੁੱਲੇ ਸ਼ਾਹ ਪੇਪਰ ਮਿਲ ਚ? ਹਾਂਜੀ, ਰੰਗ ਦਾ ਕੰਮ ਕਰਨਾ। ਅੱਛਾ ਜੀ। ਉਹ ਫਿਰ ਮੈਂ ਸਾਰਾ ਨਾ ਆਇਆ ਉੱਥੋਂ ਤਕਰੀਬਨ 5 ਵਜੇ ਮੈਂ ਆ ਗਿਆ, 4:45 ਵਜੇ। ਮੈਂ ਪੁੱਛਿਆ, ਦੱਸਿਆ ਆਣ ਕੇ ਉਹਦੇ ਕੋਲੋਂ। ਉਹਨਾਂ ਕਿਹਾ ਵੀ ਇਹ ਗੱਲ ਬਣੀ ਆਪਣੇ ਬੱਚੇ ਨਾਲ ਤੇ ਇਸ ਤਰ੍ਹਾਂ ਕਰਕੇ ਨਾ, ਤੇ ਮੈਂ ਉਸ ਤਰ੍ਹਾਂ ਹੀ ਬੱਚੇ ਨੂੰ ਲੈ ਕੇ ਤੇ ਹਸਪਤਾਲ ਚਲਾ ਗਿਆ। ਅੱਛਾ। ਉੱਥੇ ਗਿਆ ਮੈਂ, ਉੱਥੇ ਜਾ ਕੇ ਨਾ ਮੈਂ ਉਹਨੂੰ ਪੁੱਛਿਆ, ਮੈਂ ਪਰਚੀ ਬਣਵਾਈ, ਉਹਨੂੰ ਮੈਂ ਦੱਸਿਆ ਵੀ ਇਹ ਮਸਲਾ ਹੈ। ਉਹ ਡਾਕਟਰ ਮੈਨੂੰ ਕਿਹਾ ਜੀ ਇੱਥੇ ਜਾਓ ਪੁਲਿਸ ਵਾਲਿਆਂ ਕੋਲ, ਤੁਹਾਡਾ ਉਹ ਮਸਲਾ ਹੱਲ ਕਰਾਂਗੇ, ਤੁਹਾਡੇ ਬੱਚੇ ਨਾਲ ਯਾਨੀ ਗਲਤ ਕੰਮ ਹੋਇਆ, ਬਦਫੇਰੀ ਹੋਈ ਹੈ ਤੇ ਜ਼ਿਆਦਤੀ ਹੋਈ, ਤੁਸੀਂ ਉਹਨਾਂ ਕੋਲ ਜਾਓ, ਤੁਹਾਡਾ ਉਹ ਮਸਲਾ ਹੱਲ ਕਰਾਂਗੇ, ਫਿਰ ਅਸੀਂ ਇਹਨਾਂ ਨੂੰ ਹੱਥ ਲਾਵਾਂਗੇ। ਇਹਨਾਂ ਨੇ ਕਿਹਾ ਪਹਿਲੇ ਤੂੰ ਥਾਣੇ ਜਾਓ। ਅਸੀਂ ਪੁਲਿਸ ਵਾਲਿਆਂ ਨੂੰ ਕਿਹਾ, ਉਹਨੇ ਕਿਹਾ ਸਾਡਾ ਕੰਮ ਨਹੀਂ ਹੈਗਾ, ਪਹਿਲੇ ਤੁਸੀਂ ਜਾਓ ਸਦਰ ਥਾਣੇ। ਅੱਛਾ ਜੀ। ਉੱਥੋਂ ਇਹਦੀ FIR ਕਟਾ ਕੇ ਲਿਆਓ, ਫਿਰ ਅਸੀਂ ਬੱਚਾ ਤੁਹਾਡਾ ਯਾਨੀ ਕਿ ਗਾਂ ਦਾਖਲ ਕਰਾਵਾਂਗੇ। ਅਸੀਂ ਕਿਹਾ ਠੀਕ ਹੈ ਸਰ। ਅਸੀਂ ਉੱਥੇ ਗਏ ਆ ਤਕਰੀਬਨ 5:30 ਥਾਣੇ ਵਿੱਚ, ਸਦਰ ਥਾਣੇ ਵਿੱਚ ਮੈਂ ਗਿਆ। ਉੱਥੇ ਜਾ ਕੇ ਮੈਂ ਦੱਸਿਆ, ਵੀਡੀਓ ਮੇਰੇ ਕੋਲ ਹੈ ਪੇਸ਼, ਵੀਡੀਓ ਵੀ ਵਿਖਾਈ ਉਹਨਾਂ ਨੂੰ। ਤੇ SHO ਨੇ ਕਿਹਾ ਵੀ ਜਾ ਕੇ ਨਾ ਮੁਲਜ਼ਮ ਨੂੰ ਫੜ ਕੇ ਲਿਆਂਦਾ ਜਾਵੇ। SHO ਨੇ ਕਿਹਾ? SHO ਨੇ ਕਿਹਾ। ਕਿਹਨੂੰ ਕਿਹਾ? ਇਹ ਮੀਨ ਤਸ਼ਵੀਸ਼ੀ। ਅੱਛਾ ਓਕੇ, ASI ਅਮੀਨ ਜਾਵੇ। ਹਾਂਜੀ, ਉਹਨੂੰ ਕਿਹਾ ਉਹਨਾਂ ਨੇ। ਉਹ ਸਾਡੇ ਨਾਲ ਇੱਥੇ ਆਇਆ, ਆਣ ਕੇ ਰਕੂਆ ਵੇਖਿਆ ਉਹਨੇ। ਉਹ ਮੱਝ ਉਹਨਾਂ ਸਾਡੇ ਆਉਣ ਤੋਂ ਪਹਿਲੇ ਨਾ ਬੱਚੇ ਉਹਨੂੰ ਮੁੰਡੇ ਨੂੰ ਤਕਾਬ ਤੇ ਬਾਜ ਤੱਕ, ਕਾਸਮ ਮਹਿਮੂਦ ਅਕਰਮ ਨੂੰ। ਕਿੰਨੇ ਬਾਤਾਂ? ਉਹਦੇ ਘਰ ਵਾਲਿਆਂ ਨੇ। ਅੱਛਾ ਜੀ। ਉਹਦੇ ਘਰ ਵਾਲਿਆਂ ਨੂੰ ਤਕਾਬ ਤੇ ਬਾਜ। ਉਹਦੇ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਵੀ ਵਕੂਆ ਹੋ ਗਿਆ? ਜੀ ਸਰ, ਉਹਦੇ ਘਰ ਵਾਲਿਆਂ ਨੂੰ ਪਤਾ ਲੱਗ ਗਿਆ। ਅੱਛਾ। ਉਹਨੇ ਆਣ ਕੇ ਮਾਝਾ ਚੋਂ ਉਹਨੂੰ ਮੁੰਡੇ ਨੂੰ ਪੁੱਛਿਆ ਕਿ ਯਾਰ ਤੂੰ ਇਹ ਕੰਮ ਬਦਫੇਰੀ ਕੀਤੀ ਉਹਦੇ ਨਾਲ, ਮੁੰਡੇ ਨਾਲ ਜ਼ਿਆਦਤੀ ਕੀਤੀ ਹੈ? ਉਹ ਮੰਨਿਆ ਵੀ, ਉਹਨੇ ਕਿਹਾ ਮੈਂ ਕੀਤੀ ਹੈ। ਉਹਨੇ ਕਿਹਾ ਚਲੋ ਠੀਕ ਹੈ। ਉਹ ਤਾਂ ਬੰਦੇ ਹੋਰ ਵੀ ਇਕੱਠੇ ਹੋ ਗਏ ਸੀ। ਉਹਨਾਂ ਕਿਹਾ ਵੀ ਆ ਯਾਰ ਮੁੰਡੇ ਨੇ ਕਿਉਂ ਗਲਤ ਕੰਮ ਕੀਤਾ ਉਹਨੇ ਮੁੰਡੇ ਨਾਲ, ਸਨੈਨ ਵਾਲੀ ਨਾਲ। ਤੇ ਉਹ ਕਹਿੰਦਾ ਚਲੋ ਠੀਕ ਹੈ, ਇਹਨੂੰ ਰਹਿਣ ਦਿਓ ਇੱਥੇ ਹੀ, ਰਫਤਾਰੀ ਕਰਕੇ ਨਾ ਤੇ ਫਿਰ ਇਹਨੂੰ ਲੈ ਕੇ ਜਾਂਦੇ ਆ। ਫਿਰ ਨਾਲੇ ਰਫਤਾਰੀ ਤੋਂ ਬਾਅਦ ਅੱਛਾ ਜੀ ਉਹਨੇ ਕਿਹਾ ਜਾ ਕੇ ਨਾਲੇ ਰਕੂਆ ਵੇਨੇ ਇਹਨਾਂ ਘਰ ਦਾ ਮਾਮਲਾ ਦਾ ਕੀ ਘਰ ਲਾ ਦੇ। ਮੇਨ ਜਿਹੜਾ ASI ਉਹ ਉੱਥੋਂ ਸਾਡੇ ਨਾਲ ਆਇਆ ਘਰ ਸਾਡੇ, ਉਹਨੇ ਆਣ ਕੇ ਰਕੂਆ ਵੇਖਿਆ, ਲਿਖਿਆ ਲਿਖਾਇਆ, ਮੁਲਜ਼ਮ ਦਾ ਨਾਂ ਲਿਖਿਆ, ਉਹਨੇ ਸਾਰਾ ਕੁਝ ਲਿਖ ਪੜਤ ਕਰਕੇ ਉਹਨਾਂ ਦੀ ਸਾਰਾ ਕੁਝ ਚਲਾ ਗਿਆ। ਮੁਲਜ਼ਮ ਨੂੰ ਫੜ ਕੇ ਫੜ ਲਿਆ ਮੁਲਜ਼ਮ ਨੂੰ ਮਸਜਿਦ ਦੇ ਵਿੱਚੋਂ। ਅੱਛਾ। ਉਹ ਚਲਾ ਗਿਆ ਉੱਥੇ ਜਾ ਕੇ ਅਸੀਂ ਇਹਨੂੰ ਕਿਹਾ ਵੀ ਅਸੀਂ ਇਹਦਾ ਪਰਚਾ ਦੇਣਾ। ਉਹਨੇ ਕਿਹਾ ਚਲੋ ਕਰਨੇ ਆ। ਦਰਖਾਸਤ ਲਿਖੀ ਉਹਨੇ, ਦਰਖਾਸਤ ਲਿਖ ਲੂ ਕੇ ਉਹਨੇ ਸਾਨੂੰ ਭਾਈ ਰੱਖਿਆ।
ਇਹ ਸਰ ਟਾਈਮ ਹੈਗਾ ਪੌਣੇ 6 ਵਜੇ ਤੋਂ 6 ਵਜੇ ਤੋਂ ਲਾ ਕੇ ਰਾਤ ਪੌਣੇ 12 ਵਜੇ ਤੱਕ ਅਸੀਂ ਉਹਨੂੰ ਕਹਿੰਦੇ ਰਹੇ ਕਿ ਵੀ ਇਹਦਾ ਪਰਚਾ ਤੇ ਅਸੀਂ ਇਹਨਾਂ ਨਾਲ ਇਹਦਾ ਪਰਚਾ ਹੀ ਦੇਣਾ, ਇਹਨੂੰ ਸਜ਼ਾ ਮਿਲਣੀ ਚਾਹੀਦੀ। ਉਹਨੇ ਕਹੀ ਦੇਣੇ ਆ ਲੈਣੇ ਆ ਕਰਦੇ ਕਰਾਉਂਦੇ ਆ, ਅਸੀਂ ਪੌਣੇ 12 ਵਜੇ ਤੱਕ ਅਸੀਂ ਬੈਠੇ ਰਹੇ ਆ ਤੇ ਉਹਨੇ ਪਰਚਾ ਨਹੀਂ ਦਿੱਤਾ ਹੁੰਦਾ। ਅਸੀਂ ਉਹਨੂੰ ਕਿਹਾ ਵੀ ਅਸੀਂ ਮੁੰਡੇ ਦਾ ਮੈਡੀਕਲ ਕਰਾਉਣਾ। ਮੈਡੀਕਲ ਨਹੀਂ ਕਰਾਇਆ? ਮੈਡੀਕਲ ਉਹਨੇ ਨਹੀਂ ਕਰਾਇਆ। ਅੱਛਾ, ਮੈਡੀਕਲ ਵੀ ਨਹੀਂ ਕਰਾਇਆ। ਅਸੀਂ ਬਹਿ ਕੇ ਆਕੇ ਉਹਦੇ ਕੋਲੋਂ ਤਾਂ ਅਸੀਂ ਵਾਪਸ ਆ ਗਏ ਆ। ਇਹ ਕਿ ਐਸਐਚਓ ਵੀ ਉੱਥੇ ਮੌਜੂਦ ਸੀ, ਉਹਨਾਂ ਵੀ ਕਿਹਾ ਵੀ ਇਹਨਾਂ ਦਾ ਪਰਚਾ ਦਿਓ, ਉਹਨਾਂ ਨੇ ਨਹੀਂ ਦਿੱਤਾ। ਅੱਛਾ, ਐਸਐਚਓ ਨੇ ਵੀ ਕਿਹਾ ਐਸਐਚਓ ਨੇ ਕਿਹਾ ਵੀ ਇਹਨਾਂ ਦਾ ਪਰਚਾ ਦਿਓ ਤੇ ਮੁੰਡੇ ਦਾ ਮੈਡੀਕਲ ਜਿਹੜਾ ਉਹ ਕਰਾਓ। ਉਹਨੇ ਇਹ ਗੱਲ ਦੇ ਯਾਨੀ ਕਿ ਏਡੀ ਤਵੱਜੋ ਨਹੀਂ ਦਿੱਤੀ ਉਹਨੇ। ਨਹੀਂ ਦੇਣ ਤੋਂ ਬਾਅਦ ਅਸੀਂ ਉਥੋਂ ਆ ਕੇ ਮਹੱਲੇਦਾਰ ਵੀ ਸਾਡੇ ਕਈਆਂ ਛੱਡੋ ਪਰਾਂ ਸੁਲਾ ਕਰ ਲਓ, ਇੰਜ ਕਰ ਲਓ। ਅਸੀਂ ਅੱਕ ਕੇ ਸਰ ਪੁਲਿਸ ਵਾਲਿਆਂ ਕੋਲੋਂ ਅਸੀਂ ਵਾਪਸੀ ਘਰ ਆਪਦੇ ਆ ਗਏ ਆ। ਉਹਨਾਂ ਨਾ ਮੁੰਡੇ ਦਾ ਮੈਡੀਕਲ ਕਰਾਇਆ, ਨਾ ਮੁੰਡੇ ਦਾ ਪਰਚਾ ਦਿੱਤਾ ਹੁੰਦਾ। ਕਾਸਮ ਮਹਿਮੂਦ ਦਾ ਜਿਹੜਾ ਮੁਲਜ਼ਮ ਸੀ, ਉਹਨਾਂ ਪਰਚਾ ਨਹੀਂ ਦਿੱਤਾ। ਅਸੀਂ ਆ ਕੇ ਘਰ ਆ ਗਏ। ਘਰ ਉਹਨਾਂ ਬੰਦੇ ਪੈ ਲੈ ਗਈ, ਉਹ ਤੁਹਾਨੂੰ ਇੰਜ ਕਰ ਦੇਣਗੇ, ਇਹ ਕਰ ਦੇਣਗੇ, ਲਿਆਦਾ ਹੈ ਕਿ ਤੁਸੀਂ ਉਹਨਾਂ ਨਾਲ ਸੁਲਾ ਕਰ ਲਵੋ। ਅੱਛਾ, ਇੱਕ ਤਾਂ ਅਸੀਂ ਅੱਕੇ ਉੱਥੋਂ ਆ ਗਏ ਵੀ 6 ਘੰਟੇ ਸਾਨੂੰ ਉੱਥੇ ਬਹਿ ਕੇ ਬੈਠਿਆਂ ਨੂੰ ਹੋ ਗਏ ਨੇ ਥਾਣੇ ਵਿੱਚ, ਸਦਰ ਥਾਣੇ ਵਿੱਚ। ਸਾਡਾ ਬੱਚਾ ਮੇਰਾ ਬਿਮਾਰ, ਯਾਨੀ ਕਿ ਉਹਨੂੰ ਪਰੇਸ਼ਾਨੀ, ਬੈਠਾ ਜਾਂਦਾ ਨਹੀਂ ਪਿਆ ਸੀ ਉਹਦੇ ਕੋਲੋਂ। ਤੇ ਉਸ ਤੋਂ ਫਿਰ ਅਸੀਂ ਨਾ ਸਾਨੂੰ ਹਸਪੀਟਲ ਲੈ ਗਏ, ਨਾ ਉਹਨਾਂ ਸਾਨੂੰ ਕੋਈ ਦਵਾਈ ਕਿਹਾ ਵੀ ਚਲੋ ਮੁੰਡੇ ਦਾ ਸਰ ਕੱਟ ਕੇ ਮੁੰਡੇ ਨੂੰ ਦਵਾਈ ਮੈਡੀਕਲ ਕਰਾਇਆ ਜਾਵੇ, ਇਹਨੂੰ ਦਵਾਈ ਲੈ ਕੇ ਦਿੱਤੀ ਜਾਵੇ। ਉਹਨੇ ਕੋਈ ਯਾਨੀ ਕਿ ਇਸ ਪਾਸੇ ਤਵੱਜੋ ਨਹੀਂ ਕੀਤੀ। ਇਹ ਕਹੀ ਜਾਂਦਾ ਅੱਛਾ ਕਰ ਲੈਨੇ ਆ, ਅੱਛਾ ਕਰ ਲੈਨੇ ਆ, ਤੁਸੀਂ ਬਹਿ ਕੇ ਨਿਬੇੜ ਲਵੋ, ਆਦੀ ਬਹਿ ਕੇ ਨਿਬੇੜ ਲਵੋ। ਮੀਨ ਇਹ ਐ ਸਹੀ ਤੇ ਇਹ ਤੁਸੀਂ ਬਹਿ ਕੇ ਨਿਬੇੜ ਲਓ, ਤੁਹਾਡਾ ਰੌਲਾ ਬਾਗਾ ਵੱਧ ਜਾਣਾ, ਤੁਸੀਂ ਹੁਣ ਨਿਬੇੜ ਲੋਗੇ ਬਿਹਤਰ ਰਹੋਗੇ। ਅਸੀਂ ਕਿਹਾ ਵੀ ਅਸੀਂ ਇਹਦਾ ਪਰਚਾ ਹੀ ਦੇਣਾ, ਸਾਡੇ ਬੱਚੇ ਨਾਲ ਜ਼ਿਆਦਤੀ ਹੋਈ, ਅਸੀਂ ਇਹਦਾ ਪਰਚਾ ਹੀ ਦੇਣਾ। ਉਹਨੇ ਕਰ ਲੈਨੇ। ਆ ਕੇ ਸਰ ਅਸੀਂ ਪੌਣੇ 12 ਵਜੇ ਥਾਣੇ ਚੋਂ ਵਾਪਸੀ ਆਏ ਆ ਰਾਤ ਨੂੰ। ਰਾਤ ਦੇ ਆਣ ਕੇ ਘਰ ਆਏ, ਅੱਗੋਂ ਉਹਨਾਂ ਨੂੰ ਬੰਦੇ ਨਾਲ ਇਕੱਠੇ ਕੀਤੇ। ਉਹਨੇ ਕਿਹਾ ਅਸੀਂ ਤੁਹਾਡੇ ਨਾਲ ਇੰਜ ਕਰ ਦਾਂਗੇ, ਤੁਸੀਂ ਸੁਲਾ ਕਰ ਲਵੋ, ਲਿਆਦਾ ਕਿ ਬਿਹਤਰ ਤੁਹਾਡੇ ਵਾਸਤੇ ਇਹ ਹੀ ਹੈ। ਉਹ ਅਸੀਂ ਅੱਗੋਂ ਥਾਣੇ ਚੋਂ ਵੀ ਆਏ ਆ ਵੀ 6 ਘੰਟੇ ਹੋ ਗਏ ਬੈਠੇ ਨੇ, ਸਾਡਾ ਬੱਚਾ ਮਸਲਾ ਮਸੈਲ ਸੀ, ਇਹਨਾਂ ਪਰਚਾ ਨਹੀਂ ਦਿੱਤਾ। ਇੱਕ ਸਾਡਾ ਬੱਚਾ ਤਕਲੀਫ ਦੇ ਵਿੱਚ, ਅਸੀਂ ਬੱਚੇ ਨੂੰ ਤਕਲੀਫ 'ਚ ਲੈ ਕੇ ਗਏ, ਤਕਲੀਫ 'ਚ ਲੈ ਕੇ ਆਏ ਘਰ। ਲੈ ਕੇ ਆਏ, ਉਹਨਾਂ ਕਹੇ ਕਰੋ ਜੀ ਇੰਜ ਕਰੋ ਜੀ, ਫਲਾਣ ਸੁਲਾ ਕਰੋ ਜੀ, ਅਸੀਂ ਤੁਹਾਨੂੰ ਫਲਾਣ ਕਰ ਦਾਂਗੇ, ਠੀਕ ਕਰ ਦਾਂਗੇ। ਅਸੀਂ ਸਰ ਡਰਦਿਆਂ ਮਾਰਿਆਂ ਸੁਲਾ ਕਰ ਲਈ ਉਹਨਾਂ ਨਾਲ। ਮੈਂ ਮਾੜਾ ਬੰਦਾ ਵਾਂ, ਕੰਮ ਕਰਨਾ ਬੁੱਲੇ ਪੇਪਰ ਮਿਲ ਦੇ ਵਿੱਚ ਦਿਹਾੜੀ 1200 ਰੁਪਏ ਦਿਹਾੜੀ, ਤੇ ਮਹੀਨਾ ਹੋ ਗਿਆ ਯਾਨੀ ਕਿ ਸਰ ਸਾਨੂੰ ਇਸ ਮਾਮਲਾ 'ਚ ਵੜਿਆ ਹੋਇਆ। ਅੱਛਾ, ਫਿਰ ਅੱਗੇ ਦੱਸੋ ਨਾ ਕੀ ਦੁਬਾਰਾ ਫਿਰ ਅਸੀਂ ਗਏ ਉੱਥੇ, ਇਹਨਾਂ ਨਾਲ ਸੁਲਾ ਕਰਾ ਦਿੱਤੀ ਸਾਡੀ ਵੀ ਚਲੋ ਘਰ ਕਰਾ ਲਵੋ। ਉਹ ਸਰ ਅਸੀਂ ਕਰ ਲਈ। ਉਦੋਂ ਬਾਅਦ ਚ ਮੈਂ ਦੁਬਾਰਾ ਫਿਰ ਗਿਆ। ਜੋ ਸੁਲਾ ਕਰਾਈ ਏ ਉਦੋਂ ਕੁਛ ਨਾ ਲਿਖ ਲੁਕ ਕੇ ਦਿੱਤਾ ਸੀ ਤੁਸੀਂ ਇਹਨਾਂ ਨੂੰ, ਮੈਂ ਸੁਲਾ ਕਰ ਲਈ, ਅੰਗੂਠਾ ਕੱਟ ਲਾਇਆ ਕਿਸੇ ਤੁਸੀਂ? ਜੀ ਸਰ, ਅਸੀਂ ਥਾਣੇ ਗਏ ਉੱਥੇ ਨਾ ਜਾ ਕੇ ਵੀ ਚਲੋ ਇੰਨਾ ਦਰਖਾਸਤ ਹੱਥੀ ਲਿਖੀ ਲਿਖਾਈਏ। ਮੈਨੂੰ ਇਹ ਵੀ ਨਹੀਂ ਪਤਾ ਹੈਗਾ ਸੀ ਵੀ ਇਹਨਾਂ ਸੁਲਾ ਦਾ ਲਿਖਿਆ ਯਾਨੀ ਕਾਹਦਾ ਲਿਖਿਆ। ਮੈਂ ਅਨਪੜ੍ਹ ਹੈਗਾ, ਮੈਨੂੰ ਨਾ ਕਹੇ ਇੱਥੇ ਅੰਗੂਠਾ ਲਾ ਦੇ, ਮੈਂ ਲਾ ਦਿੱਤਾ। ਇਹਨਾਂ ਕਹਾ ਠੀਕ ਹੈ ਜੀ। ਮੈਂ ਅਗਲੇ ਦਿਨ ਗਿਆ, ਮੈਂ ਕਿਹਾ ਜਾ ਕੇ ਜਿਹੜੀ ਦਰਖਾਸਤ ਦਿੱਤੀ ਹੁੰਦੀ ਮੈਨੂੰ ਜਿਹੜਾ ਨਾ ਐਫਆਈਆਰ ਹੁੰਦੀ ਨੰਬਰ ਦੇ ਦਿਓ ਹੁੰਦਾ। ਇਹਨਾਂ ਮੈਨੂੰ ਨਹੀਂ ਚਾਹੁੰਦਾ ਕਿ ਤੁਹਾਡੀ ਸੁਲਾ ਹੋ ਗਈ ਸੀ, ਰਾਤੀ ਇੰਜ ਹੋ ਗਏ, ਹੁਣ ਤੂੰ ਕਾਹਦਾ ਮੰਗਣਾ ਪਿਆ, ਸਾਨੂੰ ਪਾਗਲ ਕੀਤਾ ਤੁਸੀਂ ਵੀ, ਰਾਤੀ ਤੁਹਾਡੀ ਗੱਲ ਨਿਬੇੜ ਦਿੱਤੀ ਤੇ ਤੂੰ ਹੁਣ ਫੇਰ ਆ ਗਿਆ ਲੈਣ ਵਾਸਤੇ। ਮੈਂ ਸਰ ਉੱਥੋਂ ਵਾਪਸ ਆ ਗਿਆ। ਸਰ ਉਹਨਾਂ ਦੀ ਵਾਲਦਾ ਨੇ ਨਾ ਤਾਨੇ ਤੋਨੇ ਮਾਰੇ, ਉਹਨਾਂ ਦਾ ਮੁੰਡਾ ਹੀ ਘੂੜੀਆਂ ਪਾ ਵਹਿੰਦਾ ਸੀ ਵੀ ਸਾਡਾ ਤੁਸੀਂ ਕੀ ਵਿਗਾੜ ਲਿਆ, ਅਸੀਂ ਤੁਹਾਡੀਆਂ 7 ਨਸਲਾਂ ਤੱਕ ਵੀ ਸਾਡਾ ਮੁੰਡਾ ਨਹੀਂ ਅੰਦਰ ਕਰਵਾ ਸਕਦੇ ਤੇ ਸਾਡੀ ਹਿੰਮਤ ਸੀ, ਅਸੀਂ ਮੁੰਡਾ ਛੁਡਵਾ ਲਿਆ। ਉਹਦੀ ਮਾਂ ਕਹਿੰਦੀ ਵੀ ਤੁਸੀਂ ਜਿਹੜਾ ਨਾ ਕਾਸਮ ਮਹਿਮੂਦ ਦੀ ਮਾਂ, ਜਿਹੜੀ ਮੁਲਜ਼ਮ ਦੀ ਮਾਂ, ਉਹ ਕਹਿੰਦੀ ਇਹ ਨਾ ਸਾਡਾ ਹੀ ਕਰ ਸਕਦੇ ਨੇ, ਇਹ 4 ਘਰ ਬੈਠੇ ਨੇ ਇੱਥੇ ਤੇ ਸਾਡਾ ਨਾ ਕੀ ਵਿਗਾੜ ਲੈਣਾ, ਸਾਡੇ 50 ਘਰ ਪਿੱਛੇ ਬੈਠੇ ਨੇ, ਇਹ ਸਾਡੇ ਮੁੰਡੇ ਨੂੰ ਹੱਥ ਵੀ ਨਹੀਂ ਲਾ ਸਕਦੇ। ਉਹ ਸਰ ਇਸ ਵਾਰ ਜਿਹੜੀ ਧਮਕੀਆਂ ਲਾਉਂਦੇ ਨੇ, ਇਸ ਵਾਰ ਮੈਂ ਫਿਰ ਦੁਬਾਰਾ ਜਾ ਕੇ ਐਕਸ਼ਨ ਲਿਆ ਕਿ ਵੀ ਇਹ ਨਹੀਂ ਮਸਲਾ ਹੱਲ ਹੋਣਾ, ਇਸ ਤਰ੍ਹਾਂ ਦੇ ਲਿਆਦਾ ਹੈ ਕਿ ਵੀ ਇਹਨਾਂ ਵਾਸਤੇ ਨਾ ਮੈਂ ਐਕਸ਼ਨ ਦੁਬਾਰਾ ਲਵਾਂਗਾ। ਉਹ ਮੈਂ ਐਸਪੀ ਸਾਹਿਬ ਕੋਲ ਪੇਸ਼ ਹੋਇਆ, ਜਾ ਕੇ ਉਹਨਾਂ ਨੂੰ ਮੈਂ ਦੱਸਿਆ ਜਾ ਕੇ ਦਰਕੂਆ ਕਿ ਸਾਰਾ ਇਹ ਮਸਲਾ ਹੈ, ਗੱਲਬਾਤ ਹੈ। ਉਹਨਾਂ ਸਦਰ ਥਾਣੇ ਫੋਨ ਕੀਤਾ ਹੈ। ਅੱਛਾ, ਸਦਰ ਥਾਣੇ ਫੋਨ ਕਰਕੇ ਉਹਨਾਂ ਐਸਐਚਓ ਨੂੰ ਕਿਹਾ ਕਿ ਵੀ ਇਹਨਾਂ ਦੀ ਗੱਲ ਸੁਣੀ ਜਾਵੇ, ਲਿਆਦਾ ਕਿ ਮੁੰਡੇ ਦਾ ਮੈਡੀਕਲ ਕਰਾਇਆ ਜਾਵੇ, ਮੁੰਡੇ ਨੂੰ ਫੜ ਕੇ ਲਿਆਂਦਾ ਜਾਵੇ ਮੁਲਜ਼ਮ ਨੂੰ। ਅੱਛਾ, ਕਾਸਮ ਮਹਿਮੂਦ ਨੂੰ। ਉਹਨਾਂ ਕਿਹਾ ਠੀਕ ਹੈ। ਇਹ ਦੁਬਾਰਾ ਅਸੀਂ ਗਏ ਉੱਥੇ, ਸਾਨੂੰ ਐਸਐਚਓ ਨਹੀਂ ਮਿਲਿਆ। ਅਸੀਂ ਵਾਪਸੀ ਆ ਗਏ, ਕੋਈ ਮਸਲਾ ਬਣ ਗਿਆ ਉਹਨਾਂ ਦਾ, ਨਹੀਂ ਮਿਲੇ। ਅਗਲੇ ਫਿਰ ਅਸੀਂ ਐਸਪੀ ਸਾਹਿਬ ਕੋਲ ਪੇਸ਼ ਹੋਏ ਹਾਂ। ਉਹਨਾਂ ਨੂੰ ਦੱਸਿਆ ਜਾ ਕੇ, ਉਹਨਾਂ ਫਿਰ ਫੋਨ ਕੀਤਾ ਵੀ ਯਾਰ ਤੁਹਾਨੂੰ ਕੱਲ ਵੀ ਇਹ ਗੱਲ ਕੀਤੀ ਤੇ ਅੱਜ 4 ਵਜੇ ਤੱਕ ਮੈਨੂੰ ਜਿਹੜਾ ਮੈਂ ਮੀਟਿੰਗ ਤੇ ਜਾਣਾ ਤੋਂ ਪਹਿਲੇ ਜਿਹੜਾ ਮੈਨੂੰ ਇਹ ਰਕੂਵੇ ਦਾ ਹੱਲ ਨਿਕਲਿਆ ਨਹੀਂ ਹੋਇਆ। ਉਹਨਾਂ ਕਿਹਾ ਠੀਕ ਹੈ। ਅਸੀਂ ਵਾਪਸੀ ਫਿਰ ਆ ਗਏ। ਅਸੀਂ ਸਰ ਆ ਗਏ ਉੱਥੇ, ਦਰਖਾਸਤ ਉਹਨਾਂ ਲਿਖੀ ਲਿਖਾਈ ਕੋਨੀ, ਸਾਨੂੰ ਭਾਈ ਰੱਖਿਆ ਉਹਨਾਂ ਨੇ। ਉਦੋਂ ਬਾਅਦ ਤਕਰੀਬਨ 2-4 ਘੰਟੇ ਉੱਥੇ ਬੈਠੇ ਰਹੇ। 8 ਵਜੇ ਜਾ ਕੇ ਹਸਪੀਟਲ ਚਲੇ ਗਏ। ਉਹਨਾਂ ਐਫਆਈਆਰ ਲਿਖ ਕੇ ਤੇ ਫਿਰ ਉਹਨਾਂ ਸਾਨੂੰ ਕਿਹਾ ਵੀ ਚਲਾਓ ਚੱਲਦੇ ਆ ਉੱਥੇ। ਇਹ ਜਦੋਂ ਤੁਹਾਡਾ ਵਕੂਆ ਹੋਇਆ ਸੀ ਉਸ ਕਿੰਨੇ ਦਿਨ ਬਾਅਦ ਦੀ ਗੱਲ ਹੈ? ਇਹ ਸਰ ਹੈਗੀ ਇਹ 1 ਤਰੀਕ ਦੀ ਸਰ ਗੱਲ ਹੈ। ਤੇ ਵਕੂਆ ਕਿਸ ਤਰੀਕ ਨੂੰ ਹੋਇਆ ਸੀ? 20 ਨੂੰ? ਨਹੀਂ ਸਰ, 16 ਤਰੀਕ 16 ਨੂੰ ਹੋਇਆ ਸੀ ਤੇ 1 ਤਰੀਕ ਦੀ ਗੱਲ ਹੈ। 15-16 ਦਿਨਾਂ ਤੋਂ ਬਾਅਦ ਦੀ 15-16 ਦਿਨਾਂ ਬਾਅਦ ਅਸੀਂ ਆਏ ਹਾਂ ਵਿੱਚ ਮੈਡੀਕਲ ਕਰਕੇ। ਉਹਨਾਂ ਸਾਨੂੰ ਨਾ ਉੱਥੋਂ ਭੇਜ ਦਿੱਤਾ ਵੀ ਤੁਸੀਂ ਚਲੇ ਜਾਓ। ਲਿਆਦਾ ਕਿ ਉਸ ਗੱਲ ਦਾ ਉਹਨਾਂ ਕੋਈ ਇਸ਼ੂ ਨਹੀਂ ਲਿਆ ਕਿ ਵੀ ਮੁੰਡੇ ਦਾ ਮੈਡੀਕਲ ਹੁੰਦਾ ਪਿਆ ਸੀ। ਜਿਹੜਾ ਮੁਲਜ਼ਮ ਕਾਸਮ ਮਹਿਮੂਦ ਮੁਲਜ਼ਮ ਹੈ, ਇਹਨੂੰ ਫੜਿਆ ਜਾਵੇ ਕਿ ਨਾ ਫੜਿਆ ਜਾਵੇ, ਉਹਨਾਂ ਕੋਈ ਇਸ਼ੂ ਨਹੀਂ ਲਿਆ ਹੈਗਾ। ਅਸੀਂ ਬੈਠੇ ਰਹੇ ਉੱਥੇ ਰਾਤ ਪੌਣੇ 12 ਵਜੇ, ਅਸੀਂ ਯਾਨੀ ਕਿ 12 ਵਜੇ ਘਰ ਆਪਦੇ ਆ ਗਏ ਮੁੰਡੇ ਦਾ, ਯਾਨੀ ਕਿ ਮੈਡੀਕਲ ਉੱਥੇ ਰਿਪੋਰਟ ਦਰਖਾਸਤ ਦੇ ਕੇ।
ਅਸੀਂ ਘਰ ਆ ਗਏ ਆ। ਘਰ ਆਉਣ ਤੋਂ ਬਾਅਦ ਜਿਹੜਾ ਹੈ ਨਾ ਉਹ ਸਾਨੂੰ ਪਤਾ ਲੱਗਾ ਉਹ ਘਰੋਂ ਨੱਸ ਗਿਆ ਨੇ। ਉਹ 2 ਵਜੇ ਜਿਹੜਾ ਨਾ ਉਹ ਮੀਨ ਆਇਆ ASI ਮੈਨੂੰ ਉਹਨੇ ਫੋਨ ਕੀਤਾ ਕਿ ਵੀ ਸਾਨੂੰ ਨਾ ਘਰ ਵਹਾ। ਮੈਂ ਉਹਨੂੰ ਘਰ ਵਹਾਇਆ। ਮੈਨੂੰ ਸਾਨੂੰ ਨਾ ਲੋਕ ਲੱਗਾ ਸੀ ਦੂਜਾ, ਪਤਾ ਨਹੀਂ ਘਰ ਹੈਗਾ ਸੀ ਕਿ ਨਹੀਂ ਹੈਗਾ ਕੋਈ। ਉਹ ਆਇਆ, ਉਹਨੇ ਆਣ ਕੇ ਬੂਹਾ ਖੜਕਾਇਆ, ਉਹਨਾਂ ਦਾ ਬੂਹਾ ਭੰਨਿਆ, ਉਹਨਾਂ ਦਾ ਅੰਦਰੋਂ ਉਹਨਾਂ ਕੋਈ ਨਹੀਂ ਬਾਹਰ ਨਿਕਲਿਆ। ਉਹਨੇ ਬੈਠ 'ਚ 2 ਜਣੇ ਰਹਿੰਦੇ ਨੇ। ਉਹ ਸਾਰੂ ਉਹਨਾਂ ਰਿਸ਼ਤੇਦਾਰ ਨਹੀਂ ਗਏ ਵੈਸੇ, ਉਹ ਬੈਠੇ ਨੇ ਆਣ ਕੇ। ਉਹਨਾਂ ਨੇ ਪੁੱਛਿਆ, ਉਹਨਾਂ ਕਹੀ ਉਹ ਚਲੇ ਗਏ ਨੇ। ਉਹ ਚਲੇ ਗਏ ਨੇ, ਉਹ ਵੀ ਚਲਾ ਗਿਆ। ਅਗਲੇ ਦਿਨ ਜਾ ਕੇ ਅਸੀਂ ਪੁੱਛਿਆ, ਉਹਨੇ ਕੋਈ ਗੱਲਬਾਤ ਨਹੀਂ ਕੀਤੀ ਸਾਡੇ ਨਾਲ ਕੋਈ, ਯਾਨੀ ਕਿ 5-6 ਦਿਨ ਯਾਨੀ ਕਿ ਉਹਨੇ ਕੋਈ ਗੱਲ ਨਹੀਂ ਸਾਡੀ। ਕੀ ਗੱਲਬਾਤ, ਕੀ ਮਤਲਬ, ਕੀ ਗੱਲਬਾਤ ਦਾ ਕੀ ਮਤਲਬ ਸਾਰੇ ਕਿ ਵੀ ਉਹਨੇ ਸਾਡਾ ਇਸ਼ੂ ਕੋਈ ਨਹੀਂ ਲਿਆ ਵੀ ਮੁਲਾਜ਼ਮ ਜਿਹੜਾ ਮੁਲਜ਼ਮ ਸੀ ਉਹਨੂੰ ਫੜਿਆ ਨਹੀਂ, ਉਹਨਾਂ ਗ੍ਰਿਫਤਾਰ ਨਹੀਂ ਕੀਤਾ। ਅਸੀਂ ਜਾ ਕੇ ਕਹਿੰਦੇ ਰਹੇ ਕਰਨਾ ਕਰਾਉਣਾ। ਇੰਨੀ ਦੇਰ ਤੱਕ ਉਹਨਾਂ ਬੇਲ ਕਰਾ ਲਈ, ਕੱਚੀ ਬੇਲ ਕਰਾ ਲਈ। ਮੁਲਜ਼ਮ ਕਾਸਮ ਮਹਿਮੂਦ ਨੇ ਉਹਨੇ ਬੇਲ ਕਰਾ ਲਈ। ਬੇਲ ਕਰਾ ਕੇ ਇਹਨਾਂ ਦੇ ਬਾਅਦ ਸਾਨੂੰ ਕਹਿੰਦਾ ਉਹਨਾਂ ਦੇ ਬੇਲ ਕਰਾ ਲਈ, ਕੱਚੀ ਜ਼ਮਾਨਤ ਕਰਵਾ ਲਈ। ਕਿਹਨੇ ਕਿਹਾ ਤੁਹਾਨੂੰ? ਇਹ ਮੀਨ ASI। ਅੱਛਾ ਜੀ। ਉਹਨੇ ਜਦੋਂ ਪਤਾ ਲੱਗਾ ਸਾਨੂੰ, ਉਹਨੇ ਦੱਸਿਆ ਸਾਨੂੰ ਤੇ ਅਸੀਂ ਚੁੱਪ ਕਰਕੇ ਬਹਿ ਗਏ। ਫਿਰ ਅਸੀਂ ਬਹਿ ਗਏ। ਫਿਰ ਦੁਬਾਰਾ ਅਸੀਂ ਵਕੀਲ ਕਰਾਇਆ ਆਪਦਾ। ਉਹ ਅਗਲੀ ਤਰੀਕ ਪਈ, ਅਗਲੀ ਤਰੀਕ ਉਹਨਾਂ ਦੀ ਹੋ ਗਈ ਖਾਰਜ, ਜ਼ਮਾਨਤ ਖਾਰਜ ਹੋ ਗਈ। ਜ਼ਮਾਨਤ ਖਾਰਜ ਹੋ ਗਈ। ਮੁਲਜ਼ਮ ਨੂੰ ਉੱਥੇ ਫੜਨਾ ਚਾਹੀਦਾ ਸੀ। ਮੁਲਜ਼ਮ ਉੱਥੇ ਹੈਗਾ ਸੀ? ਮੁਲਜ਼ਮ ਹੈਗਾ ਸੀ ਉੱਥੇ, ਮੁਲਜ਼ਮ ਹੈਗਾ ਸੀ। ਉਹ ਜੱਜ ਸਾਹਿਬ ਨੇ ਕਿਹਾ ਤੁਹਾਨੂੰ ਥੋੜੀ ਦੇਰ ਤੱਕ ਦੱਸਣੇ ਆ ਕੀ ਹਾਲ ਲੈਂਦਾ ਹੈਗਾ। ਉਹ ਜੋ ਜ਼ਮਾਨਤ ਉਹਨੂੰ ਦੱਸੀ ਵੀ ਇਹਨਾਂ ਜ਼ਮਾਨਤ ਖਾਰਜ ਉਹਨਾਂ ਸਾਈਨ ਕਰਕੇ ਦੇ ਦਿੱਤੇ ਵੀ ਇਹ ਮੁੰਡੇ ਨੂੰ ਫੜਿਆ ਜਾਵੇ, ਗ੍ਰਿਫਤਾਰ ਕੀਤਾ ਜਾਵੇ। ਅਸੀਂ ਉੱਥੇ ਉਹ ਬਾਹਰ ਨਿਕਲੇ। ਉਹਨਾਂ ਦੇ ਮੁਲਜ਼ਮ ਜਿਹੜਾ ਹੈਗਾ ਸੀ ਮੁਜਰਮ, ਉਹਨੂੰ ਉਹਨਾਂ ਗਾਇਬ ਕਰ ਦਿੱਤਾ। ਮਤਲਬ ਮੁਲਜ਼ਮ ਜ਼ਮਾਨਤ ਕੈਂਸਲ ਹੋਣ ਤੋਂ ਬਾਅਦ ਤੇ ਫੜਿਆ ਨਹੀਂ ਗਿਆ ਇਹਨਾਂ ਕੋਲ, ਫੜਿਆ ਨਹੀਂ ਗਿਆ। ਅਸੀਂ ਉਦੋਂ ਬਾਅਦ ਚੋਂ ਇਹਨੂੰ ਜਾ ਕੇ ਮੀਆਂ ASI ਨੂੰ ਕਿਹਾ। ਉਹਨੇ ਕਿਹਾ ਅੱਛਾ ਫਸ ਜਾਣਾ ਮੈਂ, ਮੈਨੂੰ ਬੰਦਾ ਦਿਓ ਲੱਭ ਕੇ। ਮੁਲਜ਼ਮ ਜਿਹੜਾ ਹੈ ਕਾਸਮ ਮਹਿਮੂਦ, ਮੁਲਜ਼ਮ ਨੂੰ ਮੈਨੂੰ ਲੱਭ ਕੇ ਦਿਓ, ਕਿੱਥੇ ਬੈਠਾ, ਮੈਂ ਜਾ ਕੇ ਫਿਰ ਉਹਨੂੰ ਫੜਾਂਗਾ। ਉਹ ਸਰ ਉਹਨਾਂ ਕੋਈ ਨਹੀਂ ਲੰਘਿਆ। ਯਾਨੀ ਕਿ 20 ਤਰੀਕ ਨੂੰ ਉਹਨਾਂ ਦੀ ਬੇਲ ਖਾਰਜ ਹੋਈ ਹੈ। ਜ਼ਮਾਨਤ ਖਾਰਜ ਹੋਣ 4 ਦਿਨਾਂ ਬਾਅਦ ਜਾ ਕੇ ਅਸੀਂ ਰੋਜ਼ ਉਹਦੇ ਕੋਲ ਜਾਂਦੇ ਰਹੇ ਵੀ ਤੂੰ ਗ੍ਰਿਫਤਾਰੀ ਹੁੰਦੀ ਕਰ। ਉਹਨਾਂ ਕਿਸੇ ਜੀ ਨੂੰ ਫੜ ਲਿਆ ਕੇ, ਅੱਛਾ ਮੈਂ ਕਰਨਾ, ਤੁਸੀਂ ਮੈਨੂੰ ਦੱਸੋ ਕਿੱਥੇ ਬੈਠਾ ਹੈ। ਅਸੀਂ ਸਰ 2 ਦਿਨ 3 ਦਿਨ ਖਾਪਦੇ ਰਹੇ ਤੇ ਫਿਰ ਉਹਨੇ ਯਾਨੀ ਕਿ ਨਹੀਂ ਇਹ ਕੰਮ ਕੀਤਾ। ਅਸੀਂ DPO ਸਾਹਿਬ ਕੋਲ ਪੇਸ਼ ਹੋ ਗਏ। DPO ਸਾਹਿਬ ਕੋਲ ਪੇਸ਼ ਹੋ ਗਏ ਸੀ। ਉਹਨੇ ਜਾ ਕੇ ਰਕੂਆ ਦੱਸਿਆ। ਉਹਨਾਂ ਫੋਨ ਕੀਤਾ ਸਦਰ ਥਾਣੇ ਵਿੱਚ SHO ਨੂੰ ਕਿ ਲਿਆਦਾ ਹੈ ਕਿ ਇਹ ਜਿਹੜਾ ਮੇਰੇ ਕੋਲ ਕੇਸ ਆਇਆ ਬਦਫੇਰੀ ਦਾ, ਬੱਚੇ ਨਾਲ ਜ਼ਿਆਦਤੀ ਹੋਈ ਹੈ। ਅੱਜ 2 ਦਿਨ 3 ਦਿਨ ਹੋ ਗਏ ਨੇ। ਉਹ ਮਗਰ ਨੇ ਇਹ ਅੱਗੇ ਲੱਗੇ ਫਿਰਦੇ ਨੇ, ਤੁਸੀਂ ਉਹਦੀ ਗੱਲ ਕਿਉਂ ਨਹੀਂ ਸੁਣਦੇ ਪਏ? ਲਿਹਾਜ਼ਾ ਹੈ ਕਿ ਉਹਨੂੰ ਮੁਲਜ਼ਮ ਨੂੰ ਫੜਿਆ ਜਾਵੇ। ਅਸੀਂ ਸਾਰੇ ਉੱਥੋਂ ਇੰਨੀ ਗੱਲ ਸੁਣ ਕੇ ਅਸੀਂ ਵਾਪਸ ਆ ਗਏ। ਅਗਰ ਕੱਲ ਅਸੀਂ ਗਏ ਯਾਨੀ ਕਿ 24 ਤਰੀਕ ਵਾਲੇ ਦਿਨ ਜਾ ਕੇ ਮੈਂ ਥਾਣੇ ਪਤਾ ਕਰਕੇ ਆਇਆ। ਉਹਨਾਂ ਕਹਿ ਲਿਹਾਜ਼ਾ ਕਿ ਜੀ ਉਹਨਾਂ ਦਾ ਬੰਦਾ ਨਹੀਂ ਫੜੀਚਾ। ਉਹਨਾਂ ਨੇ ਨੰਬਰ ਦੇ ਦਿੱਤਾ ਮੀਨ ASI ਦਾ। ਉਹਨੇ ਕਹੀ ਉਹਨੂੰ ਪੁੱਛੋ। ਉਹਨੂੰ ਮੈਂ ਪੁੱਛਿਆ, ਉਹਨੇ ਕਿਹਾ ਜੀ ਮੁਲਜ਼ਮ ਨਹੀਂ ਫੜੀ ਚਾਹੀਏ। ਮੁਲਜ਼ਮ ਕਿਉਂ ਨਹੀਂ ਫੜੀ ਚਾਹੀਏ? ਉਹਨਾਂ ਬੇਲ ਕਰਵਾ ਲਈ ਲਾਹੌਰੋਂ ਹਾਈ ਕੋਰਟ ਦੇ ਵਿੱਚੋਂ। ਅੱਛਾ, ਹੁਣ ਹਾਈ ਕੋਰਟ ਦੇ ਵਿੱਚ ਉਹਨਾਂ ਬੇਲ ਕਰਵਾ ਲਈ। ਇਹ ਲਿਆਦਾ ਸਾਰਾ ਕਿ ਇਹ ਪੁਲਿਸ ਵਾਲਿਆਂ ਦਾ ਕੰਮ ਸੀ ਉਹਨੂੰ ਫੜਨਾ ਫੜਾਉਣਾ। ਇਹ 20 ਤਰੀਕ ਨੂੰ ਜ਼ਮਾਨਤ ਖਾਰਜ ਹੋਈ ਹੈ ਤੇ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਫੜੋ, ਪਰ ਉਹਨਾਂ ਨਹੀਂ ਫੜਿਆ ਹੈਗਾ। 4 ਦਿਨ ਉਹਨਾਂ ਨੂੰ ਮੌਕਾ ਮਿਲਿਆ, ਅਸੀਂ ਉਹਨਾਂ ਕੰਮ ਸੀ ਇਹਨੂੰ ਫੜ ਲੈਂਦੇ। ਉਹ ਸਾਨੂੰ ਕਹਿੰਦੇ ਤੁਸੀਂ ਸਾਨੂੰ ਦਿਓ ਲੱਭ ਕੇ। ਅਸੀਂ ਸਰ ਨਹੀਂ ਲੱਭ ਕੇ ਦੇ ਸਕਦੇ, ਧੱਕੇ ਖਾਂਦੇ ਨੇ 2-3 ਦਿਨ, ਸਾਨੂੰ ਨਹੀਂ ਉਹ ਲੱਭੇ। ਲਿਆਦਾ ਕਿ ਪੁਲਿਸ ਦੀ ਜਿਹੜਾ ਵੱਧ ਗਏ ਯਾਨੀ ਕਿ ਹੈਗਾ ਸੀ, ਇਹ ਉਹਨਾਂ ਦੀ ਗਲਤ ਫਹਿਮੀ ਸੀ ਵੀ ਅਸੀਂ ਨਹੀਂ ਫੜ ਸਕਦੇ। ਸਾਨੂੰ ਅੱਗੇ ਲਾਈ ਰੱਖਿਆ, ਆਪ ਉਹਨਾਂ ਕੋਸ਼ਿਸ਼ ਨਹੀਂ ਕੀਤੀ। ਤੇ ਲਿਆਦਾ ਕੋਈ ਕੋਸ਼ਿਸ਼ ਕਰਦੇ ਤਾਂ ਉਹਨੇ ਫੜਿਆ ਹੀ ਜਾਣਾ ਸੀ, ਤੇ ਇਹ ਉਹਨਾਂ ਨਹੀਂ ਕੰਮ ਕੀਤਾ ਹੈਗਾ। ਉਹ ਤੁਹਾਡਾ ਮੁਤਾਲਬਾ ਕੀ ਹੈ? ਮੁਤਾਲਬਾ ਸਰ ਸਾਡਾ ਇਹ ਹੈਗਾ ਕਿ ਵੀ ਉਹਨੂੰ ਫੜਿਆ ਜਾਵੇ, ਉਹਨੂੰ ਸਜ਼ਾ ਦਿੱਤੀ ਜਾਵੇ। ਸਾਡੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ।